सिद्धे रस्ते पाया। उस समय ਜਿਹੜਾ भी मिलता सी ना, गुरु नानक साहब ਉਹਨੂੰ ਇੱਕੋ शिक्षा ਦਿੰਦੇ ਸੀ कि भाई हरि भगवान का सिमरन करिया कर, वाहिगुरु नूं चेते करिया कर। ये उपदेश सतगुरु जीव मात्र नूं दिंदे हुंदे सन। एक बार महाराज एक नगर दे विच गए, नगर दे बार-बार जंगल च डेरा लाया। उस समय भाई मरदाना कहन लगा, पातशाह बड़ी भुख लगी है, गुरु साहब ने इशारा किया, कहन लगे जा सामने नगर दे विचों किसे तो प्रशादा मंग के लिया ते छक लै। मरदाना गया, जाके नगर वालियां तो प्रशादा मंगया, देण तो मना करता। कहन लगे तू एक कराइए दी संगत करदा है, वेलड़ कराइया है, तू ओदा साथी है, ओदा चेला है, तैनू असीं प्रशादा नहीं देना। मरदाने ने वापस आके गुरु साहब नूं सारी गल दसी। महाराज कहन लगे भाई जेड़े रब दे नाम तो हीने नास्तिक लोग हुंदे ने ना, इन्हां दे आखे दा गुस्सा करन दी लोड़ नहीं हुंदी, इन्हां ने तां कहना ही हुंदा है। आपे बोल के चुप कर जाते हुंदे हन ऐसे लोग। नाल तुरदे तुरदे बचन कीता, कहंदे ये नगर वसदा रहे। दूजे नगर पहुंचे, पातशाह महाराज कहंदे ऐस नगर विचों लैके आ। मरदाने ने उस नगर विच जाके जदों प्रशादे दी मंग कीती, सब ने बड़ा सत्कार दिता। मरदाने ने रज के भोजन पकवान छके, होर भी वस्तुआं दित्तियां। मरदाना पंड बन के लै आया। महाराज कहंदे आ भाई दस हुण। कहन लगा जी इस नगर दे लोग बाते चंगे ने, बड़ा सत्कार किया, 36 प्रकार के भोजन मैनू छकण नूं मिले ने, नाल आ वस्तुआं दित्तियां ने कि रस्ते च काम आउणगियां। गुरु साहब हसन लग पे, कहन लगे मरदानिया भाई असीं फकीर हाँ, बड़ी आपां दूर जाना है, कोई टिकाणा नहीं। ये बेलोड़ियां वस्तुआं आपां पल्ले बन के करना की है? ये बेलोड़ियां वस्तुआं ने, अपने किसे काम नहीं। फिर जदों ये बचन किया ना, महाराज कहंदे इन्हां नूं सुट दे, इन्हां दी आपां नूं लोड़ नहीं। हुक्म मन के मरदाने ने वो वस्तुआं दी पंड उत्ते छड़ दित्ती, अगे तुर पे। तुरदे तुरदे महाराज कहन लगे इस नगर दे लोग उजड़ जाण। मरदाना बड़ा हैरान होया, कहन लगा पातशाह
ਜਿਨ੍ਹਾਂ ਨੇ ਖਾਣ ਨੂੰ ਇੱਕ ਟੁੱਕਰ ਤੱਕ ਨਹੀਂ ਦਿੱਤਾ, ਮਾੜੇ ਬਚਨ ਬੋਲੇ, ਉਹਨਾਂ ਬਾਰੇ ਕਿਆ ਆਬਾਦ ਰਹਿਣ। ਤੇ ਜਿਨ੍ਹਾਂ ਨੇ ਬੜਾ ਸਤਿਕਾਰ ਕੀਤਾ, ਛਕਣ ਨੂੰ ਵੀ ਦਿੱਤਾ, ਨਾਲ ਵਸਤੂਆਂ ਵੀ ਦਿੱਤੀਆਂ, ਉਹਨਾਂ ਨੂੰ ਤੁਸੀਂ ਬਚਨ ਕਰਤਾ ਕਿ ਇਹ ਨਗਰ ਉੱਜੜ ਜੇ। ਫਿਰ ਮਹਾਰਾਜ ਨੇ ਸਮਝਾਇਆ, ਕਹਿਣ ਲੱਗੇ, ਭਾਈ ਅਸੀਂ ਇਸ ਕਰਕੇ ਵਸਣ ਦਾ ਵਰ ਉਹਨਾਂ ਲੋਕਾਂ ਨੂੰ, ਮਾੜਿਆਂ ਨੂੰ ਦਿੱਤਾ ਕਿ ਇਹ ਮਾੜੇ ਲੋਕ ਜੇ ਉੱਜੜ ਕੇ ਦੂਜੀ ਥਾਂ ਜਾਣਗੇ, ਆਪਣੇ ਸੁਭਾਅ ਦੇ ਅਨੁਸਾਰ ਉੱਥੇ ਜਾ ਕੇ ਵੀ ਇਹ ਬੁਰਾ ਹੀ ਕਰਨਗੇ, ਦੂਜਿਆਂ ਦਾ ਭਲਾ ਨਹੀਂ ਕਰਨਗੇ। ਆਪਣੇ ਵਾਲੀ ਪੁੱਠੀ ਮੱਤ, ਪੁੱਠੀ ਸਿੱਖਿਆ ਹੀ ਲੋਕਾਂ ਨੂੰ ਇਹ ਦੇਣਗੇ। ਇਸ ਕਰਕੇ ਅਸੀਂ ਕਿਹਾ ਕਿ ਇੱਕੇ ਥਾਂ ਤੇ ਵਸਦੇ ਰਹਿਣ। ਜਿਨ੍ਹਾਂ ਬਾਰੇ ਕਿਹਾ ਉੱਜੜ ਜਾਣ, ਉਹ ਦੂਜੀ ਥਾਂ ਤੇ ਜਾਣਗੇ, ਆਪਣੇ ਚੰਗੇ ਸੁਭਾਅ ਦੇ ਅਨੁਸਾਰ ਉੱਥੇ ਵੀ ਸਭ ਨੂੰ ਚੰਗੀ ਸਿੱਖਿਆ ਦੇਣਗੇ, ਚੰਗੀ ਮੱਤ ਦੇਣਗੇ, ਪਰ ਉਪਕਾਰ ਕਰਨ ਦਾ ਗੁਣ ਸਿਖਾਉਣਗੇ। ਫਿਰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਚੱਲਦੇ ਚੱਲਦੇ ਰਸਤੇ 'ਚ ਮਹਾਰਾਜ ਕਹਿਣ ਲੱਗੇ, ਕਿੰਨੇ ਮਰਦਾਨਿਆਂ ਤੈਨੂੰ ਭਗਤੀ ਦਾ ਘਰ ਵਿਖਾਈਏ, ਘਰ ਵਿਖਾਈਏ। ਕਹਿਣ ਲੱਗਾ, ਹਾਂ ਮਹਾਰਾਜ, ਮੈਨੂੰ ਭਗਤੀ ਦੇ ਘਰ ਦੇ ਦਰਸ਼ਨ ਕਰਵਾਓ। ਕਹਿੰਦੇ ਚੱਲ। ਫਿਰ ਨਾਲ ਲੈ ਕੇ ਮਹਾਰਾਜ ਭਾਈ ਲਾਲੋ ਗਰੀਬ ਤਰਖਾਣ ਉਹਦੇ ਘਰ ਚਲੇ ਗਏ। ਬੜਾ ਗਰੀਬ ਸੀ ਲਾਲੋ, ਪਰ ਗੁਰੂ ਸਾਹਿਬ ਜੀ ਦਾ ਸੱਚਾ ਸ਼ਰਧਾਲੂ ਸਿੱਖ ਸੀ। ਲਾਲੋ ਨੇ ਗੁਰੂ ਸਾਹਿਬ ਨੂੰ ਵੇਖ ਕੇ ਉਹਨਾਂ ਦਾ ਬੜਾ ਸਤਿਕਾਰ ਕੀਤਾ, ਬੜਾ ਚਾਅ ਕੀਤਾ, ਖੁਸ਼ ਬਹੁਤ ਹੋਇਆ। ਉਸਦੇ ਘਰ ਵਿੱਚ ਜੈਸੀ ਚੌਂਕੀ ਮੰਜਾ ਜੋ ਮਿਲਿਆ ਉਹ ਦਿੱਤਾ ਬੈਠਣ ਲਈ। ਪਾਤਸ਼ਾਹ ਬੈਠੇ, ਮਰਦਾਨਾ ਵੀ ਕੋਲ ਇੱਕ ਦਰੀ ਤੇ ਬੈਠ ਗਿਆ। ਲਾਲੋ ਅੰਦਰ ਜਾ ਕੇ ਸਰੋਂ ਦਾ ਸਾਗ, ਕੋਧਰੇ ਦੀ ਰੋਟੀ ਬੇਹੀ ਸੀ ਲੈ ਕੇ ਆਇਆ। ਮਰਦਾਨਾ ਵੇਖ ਕੇ ਹੈਰਾਨ ਹੋਇਆ, ਮਨ 'ਚ ਸੋਚਦਾ ਹੈ ਕਿ ਇੰਨੀ ਬੇਹਾ ਪ੍ਰਸ਼ਾਦਾ ਗਲ ਵਿੱਚੋਂ ਕਿਵੇਂ ਲੰਘੇ। ਪਰ ਗੁਰੂ ਸਾਹਿਬ ਨੂੰ ਛਕਦਿਆਂ ਵੇਖ ਕੇ ਮਰਦਾਨੇ ਨੇ ਜਦੋਂ ਇੱਕ ਬੁਰਕੀ ਭੋਜਨ ਦੀ ਤੋੜ ਕੇ ਮੁੱਖ ਵਿੱਚ ਪਾਈ, ਉਸ ਨੂੰ ਬੜਾ ਆਨੰਦ ਆਇਆ, ਦੁੱਧ ਮਲਾਈਆਂ ਵਾਲਾ ਸਵਾਦ ਆਇਆ। ਆਖੋ ਸ੍ਰੀ ਵਾਹਿਗੁਰੂ ਜੀ। ਬੜਾ ਆਨੰਦ ਆਇਆ। ਉਸ ਤੋਂ ਬਾਅਦ ਹੋਰ ਬਚਨ ਵਿਲਾਸ ਹੋਏ। ਉਸੇ ਨਗਰ ਦੇ ਵਿੱਚ ਏਮਨਾਬਾਦ ਇਲਾਕਾ ਸੀ। ਮਲਕ ਭਾਗੋ ਸੀ ਉੱਥੇ ਰਹਿਣ ਵਾਲਾ। ਮਲਕ ਭਾਗੋ ਨੇ ਆਪਣੇ ਘਰ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਗੁਰੂ ਨਾਨਕ ਸਾਹਿਬ ਨੂੰ ਸੱਦਾ ਦਿੱਤਾ, ਗੁਰੂ ਸਾਹਿਬ ਨਾ ਗਏ। ਜਦੋਂ ਪਤਾ ਲੱਗਾ, ਬੜਾ ਮਨ ਨੂੰ ਗੁੱਸਾ ਆਇਆ।
ਕਹਿਣ ਲੱਗਾ ਮੈਂ ਇੱਕ ਅਮੀਰ ਵਜ਼ੀਰ ਸ਼ਾਹੂਕਾਰ ਹਾਂ। ਇਹੋ ਜਿਹਾ ਕਿਹੜਾ ਸਾਧੂ ਸੰਤ ਆਇਆ ਜਿਹੜਾ ਮੇਰੇ ਘਰ ਤੇ ਭੋਜਨ ਨਹੀਂ ਛਕਦਾ, ਉਸ ਗਰੀਬ ਤਰਖਾਣ ਦੇ ਘਰ ਜਾ ਕੇ ਸੁੱਕੇ ਭੋਜਨ ਵੀ ਛਕ ਰਿਹਾ ਹੈ, ਬੇਹਾ ਭੋਜਨ ਵੀ ਗ੍ਰਹਿਣ ਕਰਦਾ ਹੈ। ਫਿਰ ਸੁਨੇਹਾ ਭੇਜਿਆ। ਦੂਜੀ ਵਾਰ ਪਾਤਸ਼ਾਹ ਚਲੇ ਗਏ। ਜਿਵੇਂ ਬਿਦਰ ਜੀ ਦਾਸੀ ਦੇ ਪੁੱਤਰ ਸਨ, ਜਦੋਂ ਭਗਵਾਨ ਕ੍ਰਿਸ਼ਨ ਜੀ ਗਏ ਸ਼ਾਂਤੀ ਦੂਤ ਬਣ ਕੇ ਕਿ ਪਾਂਡਵਾਂ ਦੇ ਨਾਲ ਤੁਸੀਂ ਯੁੱਧ ਨਾ ਕਰੋ, ਅੱਧਾ ਰਾਜ ਭਾਗ ਦੇ ਦਿਓ। ਦੁਰਯੋਧਨ ਜਿਹੜਾ ਬੜਾ ਹੰਕਾਰ ਦਾ ਭਰਿਆ ਹੰਕਾਰੀ ਸੀ, ਉਸਨੇ ਬੇਨਤੀ ਕੀਤੀ, ਕਹਿੰਦਾ ਜੀ ਤੁਸੀਂ ਮੇਰੇ ਮਹਿਲਾਂ 'ਚ ਆਰਾਮ ਕਰੋ। ਤੇ ਭਗਵਾਨ ਜੀ ਕਹਿਣ ਲੱਗੇ ਮੈਂ ਤਾਂ ਦਾਸੀ ਪੁੱਤਰ ਵਿਦਰ ਦੇ ਘਰ ਜਾ ਕੇ ਆਰਾਮ ਕਰਾਂਗਾ, ਤੇਰੇ ਕੋਲ ਨਹੀਂ ਰਵਾਂਗਾ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਗ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਪਾਵੇ। ਕਹਿੰਦੇ ਮੈਂ ਤਾਂ ਉਸ ਦਾਸੀ ਪੁੱਤਰ ਦੇ ਘਰ ਭਾਵੇਂ ਗਰੀਬ ਕੋਲ ਝੁੱਗੀ ਹੈ, ਮੈਂ ਉੱਥੇ ਜਾ ਕੇ ਰਹਾਂਗਾ। ਮੇਰੇ ਮਨ ਨੂੰ ਉਹ ਗਰੀਬ ਦੀ ਸ਼ਰਧਾ ਭਾਉਂਦੀ ਏ। ਕਹਿੰਦੇ ਤੇਰੇ ਭੋਜਨ ਦੇ ਵਿੱਚ, ਤੇਰੇ ਮਹਿਲਾਂ ਦੇ ਅੰਦਰੋਂ ਮੈਨੂੰ ਹੰਕਾਰ ਦੀ ਬੂ ਆਉਂਦੀ ਹੈ। ਉਸਨੇ ਪ੍ਰਸ਼ਾਦੇ ਦੀ ਅਰਜ਼ ਕੀਤੀ, ਉਹ ਵੀ ਠੁਕਰਾਤੀ। ਕਹਿਣ ਲੱਗੇ ਤੇਰੇ ਘਰ ਪ੍ਰਸ਼ਾਦਾ ਨਹੀਂ ਛਕਣਾ, ਮੈਂ ਵਿਦਰ ਦੇ ਘਰ ਜਾ ਕੇ ਛਕਾਂਗਾ। ਮਲਕ ਭਾਗੋ ਕਹਿਣ ਲੱਗਾ, ਫਿਰ ਸੁਨੇਹਾ ਭੇਜਿਆ ਦੂਜੀ ਤੀਜੀ ਵਾਰ ਕਹਿਣ ਤੇ ਮਹਾਰਾਜ ਨੇ ਜਾਣਾ ਮਨਜ਼ੂਰ ਕੀਤਾ। ਚਲੇ ਗਏ। ਜਦੋਂ ਗਏ ਉਸਨੇ ਕਿਹਾ ਕਿ ਮੇਰਾ ਘਰ ਬੜਾ ਸੁੰਦਰ ਹੈ, ਮੈਂ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ। ਦੂਰੋਂ ਦੂਰੋਂ ਮਹਿਮਾਨ ਸਾਧੂ ਸੰਤ ਮਹਾਤਮਾ ਵੀ ਆਏ, ਮੇਰੇ ਕਹਿਣ ਤੇ ਤੁਸੀਂ ਨਹੀਂ ਆਏ। ਉਸ ਲਾਲੋ ਗਰੀਬ ਦੇ ਘਰ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਜਾਓ, ਐ ਕਰੋ, ਉਸ ਗਰੀਬ ਲਾਲੋ ਦੇ ਘਰ ਦਾ ਉਹ ਸੁੱਕਾ ਪ੍ਰਸ਼ਾਦਾ ਬੇਹਾ ਜਿਹੜਾ ਅਸੀਂ ਛਕਿਆ ਹੈ, ਉਹਦਾ ਜੇ ਹੋਰ ਟੁਕੜਾ ਬਚਿਆ ਤੇ ਲੈ ਆਓ। ਟੁਕੜਾ ਮੰਗਾ ਲਿਆ। ਇੱਕ ਹੱਥ ਵਿੱਚ ਉਸ ਸੁੱਕੇ ਟੁਕੜੇ ਨੂੰ, ਪ੍ਰਸ਼ਾਦੇ ਦੇ ਨੂੰ ਫੜਿਆ, ਤੇ ਦੂਜੇ ਹੱਥ ਵਿੱਚ ਪਾਤਸ਼ਾਹ ਨੇ ਮਲਕ ਭਾਗੋ ਦੇ ਪੂੜੇ ਦਾ ਇੱਕ ਟੁਕੜਾ ਫੜਿਆ। ਜਦੋਂ ਦੋਵਾਂ ਨੂੰ ਦਬਾਇਆ, ਚੰਗੀ ਤਰ੍ਹਾਂ ਆਪਣੀ ਮੁੱਠੀ ਨੂੰ ਦਬਾਇਆ। ਜਿਹੜੇ ਮਲਕ ਭਾਗੋ ਦੇ ਪੂੜੇ ਸਨ, ਉਹਨਾਂ ਦੇ ਵਿੱਚ ਲਹੂ ਦੀ ਧਾਰਾ ਵਗਣੀ ਸ਼ੁਰੂ ਹੋ ਗਈ। ਤੇ ਭਾਈ ਲਾਲੋ ਦੀ ਸੁੱਕੀ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਦੀ ਧਾਰਾ ਵਗਣੀ ਆਰੰਭ ਹੋਈ। ਸਾਰੇ ਇਸ ਕੌਤਕ ਨੂੰ ਦੇਖ ਕੇ ਬੜੇ ਹੈਰਾਨ ਹੋਏ, ਬੜੇ ਹੈਰਾਨ। ਕਹਿਣ ਲੱਗੇ ਇਹ ਕੀ ਕੌਤਕ ਵਰਤਿਆ? ਗੁਰੂ ਨਾਨਕ ਸਾਹਿਬ ਕਹਿੰਦੇ ਮਲਕ ਭਾਗੋ, ਇਹ ਗਰੀਬ ਤਰਖਾਣ ਲਾਲੋ ਦਸਾਂ ਨੌਆਂ ਦੀ ਕਿਰਤ ਕਰਦਾ ਹੈ, ਨੇਕੀ ਦੇ ਕਮਾਈ ਦੇ ਵਿੱਚੋਂ ਇਹਨੇ ਇਹ ਪ੍ਰਸ਼ਾਦਾ ਤਿਆਰ ਕੀਤਾ ਸੀ। ਇਸ ਕਰਕੇ ਇਹਦੀ ਸੁੱਕੀ ਰੋਟੀ ਦੇ ਵਿੱਚੋਂ ਵੀ ਦੁੱਧ ਦੀ ਧਾਰਾ ਵਗੀ ਹੈ।
तेरे पूड़िया चो लहू दी धारा है, क्योंकि तू गरीब मार करके गरीबां दे नाल ठगियां करदा है, धोखे करके तू माया कमाई है। तेरी माया, तेरे भोजन पदार्थ तेरियां बेईमानी दीयां निशानियां ने। इस करके तेरे प्रशादियां दे विचों, तेरे पूड़िया चो लहू दी धारा वग रही है। ते सानू रब्बी हुक्म सी, ताइयों ही असी तेरे घर आण के तेरा भोजन प्रवान नहीं करना चाहते सी। महापुरुष धन बाबा नंद सिंह जी महाराज, बाबा जी उस घर का भोजन छकना प्रवान करते सन प्रशादा। उस समय माई सी फतो, उसने नाम जपदी ने कणक के सिट्टे चुक के चक्की च पीस के नाम जपदी ने आटा तैयार करना, उहदा प्रशादा तैयार करना, फिर बाबा जी कोल प्रशादा भेजना। जिहड़ा प्रशादा लैके आउंदा सी उहनूं भी हुक्म सी कि वाहिगुरू वाहिगुरू जपदे ने लियाउणा है। फिर जिहड़ा प्रशादा आउणा ਉਹਦਾ ਬਾਬਾ ਜੀ ਨੇ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੂੰ ਦੀ ਹਜ਼ੂਰੀ 'ਚ ਪੇਸ਼ ਕਰਕੇ ਭੋਗ ਲਾਉਣਾ। ਗੁਰੂ ਸਾਹਿਬ ਨੇ ਪ੍ਰਵਾਨ ਕਰਨਾ, ਤਾਂ ਜਾ ਕੇ ਬਾਬਾ ਜੀ ਨੇ ਆਪ ਪ੍ਰਸ਼ਾਦਾ ਛਕਣਾ। ਫਿਰ ਭੋਜਨ ਛਕ ਕੇ ਸਾਰਾ ਦਿਨ ਬਾਬਾ ਜੀ ਸੁੱਧ ਸਮਾਧੀ ਲਾ ਕੇ गुरु नानक साहब के चरनां नाल जुड़ के पूरा नाम जपते हुंदे सन। बिरथी ला के सिमरन करते सन। आओ एक धारना पढ़ के फिर समाप्ति करिए। नाम मिले ता जीवा नानक 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 नाम मिले। नानक नाम मिले ता जीवा तन मन थीवै हरिया। नानक नाम मिले ता जीवा तन मन थीवै हरिया। नानक नाम मिले ता जीवा तन मन थीवै हरिया। नानक नाम मिले ता जीवा तन मन थीवै हरिया। नाम मिले ता जीवा नानक नाम मिले ता जीवा नानक नाम मिले। नाम मिले ता जीवा नानक नाम मिले नाम मिले ता जीवा नानक नाम मिले। तेरा कीता जातो नाही मैनू जोग कितोई। तेरा कीता जातो नाही मैनू जोग कितोई। मैं निर्गुण यारे को गुण नाही आपे तरस पियोई। गुणियारे को गुण नाही आपे तरस पियोई। तरस पिया में रहमत होई सतगुर सज्जन मिलिया। तरस पिया में रहमत होई सतगुर सज्जन मिलिया। नानक नाम मिले ता जीवा तन मन थीवै हरिया। नानक नाम मिले ता जीवा तन मन थीवै हरिया। नाम मिले ता जीवा नानक नाम मिले
ਨਾਮ ਮਿਲੇ ਤਾ ਜੀਵਾ ਨਾਨਕ ਨਾਮ ਮਿਲੇ ਨਾਮ ਮਿਲੇ ਤਾ ਜੀਵਾ ਨਾਨਕ ਨਾਮ ਮਿਲੇ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ